सत श्री अकाल। लोक राणा चैनल पंजाबी देख रहे सारे दर्शकों का स्वागत। मैं गुरजिंदर सिंह भंगू ते मेरे नाल प्रोफैसर राणा सिंह धालीवाल साहब वेलकम। धन्यवाद जी। तुहाडी मेहरबानी सदका ਸਰੋਤਿਆਂ ਦੇ रूबरू होए हो तो ਸਰੋਤਿਆਂ ਨੂੰ सत श्री अकाल जी ਤੇ ਤੁਹਾਡੀ बहुत बहुत मेहरबानी जी। दोस्तों धालीवाल साहब नाल ਅਸੀਂ पंजाब की राजनीति ਤੇ गलबात करांगे। सब तो ਜਿਹੜਾ मेन ਧੁਰਾ इस समय पंजाब की राजनीति का ਉਹ ਹੈਗੀ ਸੰਗਰੂਰ ਦੀ ਇਲੈਕਸ਼ਨ। ਆਮ ਆਦਮੀ ਪਾਰਟੀ ਵੱਡੀ ਮੈਜੋਰਟੀ ਦੇ ਨਾਲ 92 ਸੀਟਾਂ ਦੇ ਨਾਲ ਪੰਜਾਬ ਦੀ ਰਾਜਨੀਤੀ 'ਚ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਦਖਲ ਦਿੰਦੀ ਹੈ ਤੇ ਉਸ ਤੋਂ ਬਾਅਦ ਸੀਟ ਖਾਲੀ ਹੁੰਦੀ ਹੈ ਸੰਗਰੂਰ ਦੀ, ਆਪਾਂ ਸਾਰੇ ਜਾਣਦੇ ਹਾਂ। ਤੇ ਹੁਣ ਉੱਥੇ ਜੀਵਨੀ ਚੋਣ ਹੈ, ਬਾਈ ਇਲੈਕਸ਼ਨ ਹੈ। ਪਰ ਆਮ ਆਦਮੀ ਪਾਰਟੀ ਨੂੰ ਜਿੱਡੀ ਸਰਗਰਮੀ ਦੇ ਨਾਲ, ਜਿੱਡੇ ਤਾਮ ਜਾਮ ਦੇ ਨਾਲ ਇਹ ਸਿੰਗਲ ਇਲੈਕਸ਼ਨ ਲੜਨੀ ਚਾਹੀਦੀ ਸੀ, ਉਹ ਜੋਸ਼ ਹੁਣ ਆਮ ਆਦਮੀ ਪਾਰਟੀ 'ਚ ਦਿਖਾਈ ਨਹੀਂ ਦੇ ਰਿਹਾ। ਕਾਰਨ ਕੀ ਨੇ, ਇਸ ਤੇ ਵੀ ਧਾਲੀਵਾਲ ਸਾਹਿਬ ਨਾਲ ਗੱਲਬਾਤ ਕਰਾਂਗੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਹਮਲਾਵਰ ਰੁਖ ਹੈ। ਭਾਵੇਂ ਜੋ ਕੈਬਨਿਟ ਰੈਂਕ ਦੇ ਸਾਬਕਾ ਮੰਤਰੀ ਨੇ ਉਹ ਹੁਣ ਜਾਂ ਫਿਰ ਸ਼ਾਮਲਾਟ ਜ਼ਮੀਨਾਂ, ਉਧਰ ਸਰਕਾਰ ਇੱਕ ਰਵੱਈਆ ਅਪਣਾ ਕੇ ਤੁਰ ਰਹੀ ਹੈ ਕਿਉਂਕਿ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ ਵੱਡੇ ਨਾਮ ਨੇ ਜਿਨ੍ਹਾਂ ਦੇ ਦੁਆਲੇ ਸਕੰਜਾ ਕੱਸਿਆ ਜਾ ਰਿਹਾ ਤੇ ਫਸਦੇ ਹੋਏ ਦਿਖਾਈ ਦੇ ਰਹੇ ਨੇ। ਗੱਲ ਸਕੈਮਾਂ ਦੀ ਆ, ਸਾਫ਼ ਹੋਊਗਾ ਜਾਂਚ ਦੇ ਵਿੱਚ। ਅਸੀਂ ਇਹਦੇ ਤੇ ਡਿਸਕਸ਼ਨ ਕਰਾਂਗੇ ਧਾਲੀਵਾਲ ਸਾਹਿਬ ਨਾਲ। ਧਾਲੀਵਾਲ ਸਾਹਿਬ, 92 ਸੀਟਾਂ ਆਮ ਆਦਮੀ ਪਾਰਟੀ ਕੋਲ, ਵੱਡੀ ਮੈਜੋਰਟੀ ਦੇ ਵਿੱਚ ਪਾਰਟੀ ਆਪਣੇ ਪੈਰਾਂ ਸਿਰ ਖੜਦੀ ਹੈ ਹੋ ਕੇ। ਤੇ ਹੁਣ ਇਲੈਕਸ਼ਨ ਆਉਂਦੀ ਹੈ, ਇੱਕ ਭਗਵੰਤ ਮਾਨ MLA ਬਣ ਜਾਂਦੇ ਨੇ, ਉਸ ਤੋਂ ਬਾਅਦ ਮੁੱਖ ਮੰਤਰੀ ਦੀ ਸਹੁੰ ਚੁੱਕਦੇ ਨੇ, ਸੀਟ ਉੱਥੋਂ ਖਾਲੀ ਹੋ ਜਾਂਦੀ ਹੈ। ਉੱਥੋਂ ਇੱਕ ਕੈਂਡੀਡੇਟ ਅਨਾਊਂਸ ਕਰਦੀ ਹੈ ਆਮ ਆਦਮੀ ਪਾਰਟੀ। ਹੁਣ ਜਿਸ ਰਵਾਇਤ ਦੇ ਨਾਲ ਕਾਂਗਰਸ, ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਚੋਣ ਲੜ ਰਿਹਾ, ਸੇਮ ਉਹੀ ਟਿਊਨਿੰਗ ਹੈ ਆਮ ਆਦਮੀ ਪਾਰਟੀ ਦੀ। ਹਾਲਾਂਕਿ ਵਰਕਰਾਂ ਨੂੰ ਵੀ ਉਮੀਦ ਸੀ, ਪੰਜਾਬ ਦੇ ਲੋਕਾਂ ਨੂੰ ਵੀ ਲੱਗਦਾ ਸੀ ਕਿ ਵੱਡੀ ਤਾਮਝਾਮ ਦੇ ਨਾਲ ਵੀ ਐਂ ਗੱਲ ਬਣੂਗੀ ਕਿ ਇੱਕੇ ਤਰਫਾ ਮੁਕਾਬਲਾ। ਹੁਣ ਸਥਿਤੀ ਆ ਬਣ ਗਈ ਕਿ ਕਲੀਅਰ ਨਹੀਂ ਹੋ ਪਾ ਰਿਹਾ। ਭੰਗੂ ਸਾਹਿਬ, ਜੇ ਤੁਸੀਂ ਥੋੜਾ ਜਿਹਾ ਪਿਛੋਕੜ ਯਾਦ ਕਰੋ, ਆਮ ਆਦਮੀ ਪਾਰਟੀ ਦੇ ਤੁਰੰਤ ਜਿੱਤਣ ਤੋਂ ਬਾਅਦ ਉਹ ਤੁਹਾਡੇ ਨਾਲ ਇੱਕ ਮੇਰੀ ਇੰਟਰਵਿਊ ਸੀ ਜਦੋਂ ਆਪਾਂ ਪਹਿਲੇ ਦਿਨ ਹੀ ਇਹ ਗੱਲ ਤੈਅ ਕੀਤੀ ਸੀ ਕਿ ਆਮ ਆਦਮੀ ਪਾਰਟੀ ਭਾਵੇਂ ਬਹੁਤ ਵੱਡੀ ਗਿਣਤੀ ਲੈ ਕੇ ਸੀਟਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਤੇ ਪੰਜਾਬ 'ਤੇ ਕਾਬਜ਼ ਹੋਈ ਹੈ, ਪਰੰਤੂ ਆਮ ਆਦਮੀ ਪਾਰਟੀ ਦੇ ਸਾਹਮਣੇ ਚੈਲੰਜ ਬਹੁਤ ਵੱਡੇ ਪਏ ਨੇ। ਜੇ ਮੈਂ ਥੋੜ੍ਹਾ ਜਿਹਾ ਪਿਛੋਕੜ ਦੀ ਗੱਲ ਕਰਾਂ, ਉਹਦੇ ਵਿੱਚ 2-3 ਚੈਲੰਜ ਆਪਾਂ ਤੁਰੰਤ ਤੈਅ ਕੀਤੇ ਸੀ ਕਿ ਇੱਕ, ਸਰਕਾਰ ਬਣਾਉਣੀ, ਮਿਨਿਸਟਰੀਆਂ ਵੰਡਣੀਆਂ, ਉਹ ਚੈਲੰਜ ਵੀ ਹਜੇ ਤੱਕ ਪੂਰੀ ਤਰ੍ਹਾਂ ਉਹ 'ਤੇ ਕਾਬੂ ਨਹੀਂ ਪਾਇਆ ਗਿਆ। ਦੂਜਾ ਚੈਲੰਜ ਆਪਾਂ ਉਸ ਦਿਨ ਇਹ ਤੈਅ ਕੀਤਾ ਸੀ ਕਿ ਜਿਹੜੇ 5 ਬੰਦੇ ਰਾਜ ਸਭਾ 'ਚ ਭੇਜਣੇ, ਉਹਦੇ ਵਿੱਚ ਵੀ ਆਮ ਆਦਮੀ ਪਾਰਟੀ 'ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠੇ, ਜਾਂ ਆਪਾਂ ਇਹਨੂੰ ਦੂਜੇ ਰੂਪ 'ਚ ਕਹੀਏ ਕਿ ਸਫਲਤਾਪੂਰਵਕ ਉਸ ਕਾਜ ਤੇ ਆਮ ਆਦਮੀ ਪਾਰਟੀ ਨੇ ਆਪਣਾ ਜਲਵਾ ਨਹੀਂ ਦਿਖਾਇਆ ਜਾਂ ਨਹੀਂ ਦਿਖਾ ਪਾਈ। ਤੀਸਰਾ ਆਪਾਂ ਇੱਕ ਚੈਲੰਜ ਲਿਆ ਸੀ ਕਿ ਸੰਗਰੂਰ ਦੀ ਸੀਟ ਜਿਹਦੀ 6 ਮਹੀਨੇ ਦੇ ਵਿੱਚ ਚੋਣ ਆਉਣੀ ਹੈ, ਕਿਉਂਕਿ ਉਸੇ ਦਿਨ ਇਹ ਤੈਅ ਸੀ ਕਿ ਇਹ ਵਿਅਕਤੀ ਕੌਣ ਹੋਏਗਾ ਜਿਹੜਾ ਇਹ ਸੀਟ ਤੇ ਇਲੈਕਸ਼ਨ ਲੜੇਗਾ। ਇਸ ਜਦੋਂ ਆਪਾਂ ਸੰਗਰੂਰ ਇਲੈਕਸ਼ਨ ਦੀ ਗੱਲ ਲੈਂਦੇ ਹਾਂ, ਇਹਦੇ ਵਿੱਚ ਆਪਾਂ ਦੇਖਦੇ ਹਾਂ, ਇਹਦੇ ਵਿੱਚ ਇਹ ਹੋਇਆ ਸੀ ਕਿ ਸੰਗਰੂਰ ਜ਼ਿਲ੍ਹੇ ਦੀਆਂ ਜਾਂ ਸੰਗਰੂਰ ਪਾਰਲੀਮੈਂਟਰੀ ਕੰਸਟੀਚੁਐਂਸੀ ਦੀਆਂ ਲਗਭਗ, ਮੇਰੇ ਜੇ ਮੈਂ ਗਲਤ ਨਾ ਹੋਵਾਂ, ਸਾਰੀਆਂ ਦੀਆਂ ਸਾਰੀਆਂ ਸੀਟਾਂ ਉਹ ਇਹਨਾਂ ਕੋਲ ਆਈਆਂ, ਆਮ ਆਦਮੀ ਪਾਰਟੀ ਕੋਲ। ਤੇ ਹੁਣ ਜਦੋਂ ਉਹ ਸੀਟਾਂ ਦਾ ਲਈਆਂ ਜਿੱਤ, ਵੱਡੀ ਗਿਣਤੀ ਨਾਲ 9 ਸੀਟਾਂ ਦੇ ਵਿੱਚੋਂ ਵੱਡੀ ਗਿਣਤੀ ਨਾਲ ਸੀਟਾਂ ਜਿੱਤੀਆਂ ਇਹਨਾਂ ਨੇ, ਮਾਰਜਨ ਵੀ ਬਹੁਤ ਹੋਇਆ, ਪਰੰਤੂ ਉਹ 9 ਅਸੈਂਬਲੀ ਸੀਟਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਉਦੋਂ ਹੀ ਇੱਕ ਅਜੀਬ ਸਥਿਤੀ ਸਾਹਮਣੇ ਆਈ ਜਿਹਦੇ ਵਿੱਚ ਇਹ ਹੋਇਆ ਕਿ 2 ਜਿਹੜੀਆਂ ਸੀਟਾਂ ਨੇ ਉਹਨਾਂ 9 ਚੋਂ ਉਹ 2 ਸੀਟਾਂ 'ਤੇ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ, ਇੱਕ ਤੇ ਖੁਦ, ਇੱਕ ਤੇ ਉਹਨਾਂ ਦੀ ਪਾਰਟੀ ਦਾ ਵਿਅਕਤੀ, ਉਹ ਦੂਜੇ ਨੰਬਰ 'ਤੇ ਆਏ, ਜ਼ਿਆਦਾ ਵੋਟਾਂ ਲੈ ਕੇ ਗਏ, ਜਿੱਥੇ ਆਪਣੀ ਜ਼ਮਾਨਤ ਵੀ ਬਚਾਈ ਤੇ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਕੰਪੀਟੀਸ਼ਨ ਵੀ ਦਿੱਤਾ। ਔਰ ਇੱਕ ਸੀਟ 'ਤੇ ਤਾਂ ਲੱਗ ਰਿਹਾ ਸੀ, ਮੀਡੀਆ 'ਚ ਇਹ ਚਰਚਾਵਾਂ ਆਈਆਂ ਕਿ ਸ਼ਾਇਦ ਸਿਮਰਨਜੀਤ ਸਿੰਘ ਮਾਨ ਜਿੱਤ ਹੀ ਨਾ ਜਾਣ। ਉਹ ਸਿਚੁਏਸ਼ਨ ਦੇ ਵਿੱਚ ਇਹ ਹੋਇਆ ਕਿ ਜਿਹੜੀ ਗੱਲ ਅਕਸਰ ਆਪਾਂ ਕਰਦੇ ਹਾਂ ਕਿ ਇੱਕ ਹਾਲਾਤ ਇੱਦਾਂ ਦੇ ਨੇ
कि एक वैक्यूम, एक खाली थां बनी हुई है। वो खाली थां अपोजिशन पार्टियां ਲਈ है। वो ਜਿਹੜੀਆਂ अपोजिशन पार्टियां ਦੀ एक स्थिति है, उस स्थिति ਦੇ ਵਿੱਚ मुख पार्टी सी कांग्रेस। कांग्रेस बुरी तरह हारी ते उस तो बाद भी हारी ਤਾਂ ਜਿਹੜੀ हारी, उस तो बाद भी जो लग रहा सी कि शायद रिवाइव होएगी, वो कल्ले पंजाब च ही नहीं बल्कि पूरे हिंदुस्तान च उस तो नीचे दी गिरावट ਵੱਲ ਨੂੰ ਤੁਰਦੀ ਚਲੀ ਗਈ। ਤੇ ਪੰਜਾਬ ਵਿੱਚ ਕਾਂਗਰਸ ਦਾ ਉਹ ਨੈਸ਼ਨਲ ਪੱਧਰ ਦੀ ਕਾਂਗਰਸ ਨਾਲੋਂ ਵੀ ਮਾੜਾ ਹਾਲ ਹੋਇਆ। ਵੱਡੇ ਲੀਡਰ ਕਾਂਗਰਸ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ, ਬੀਜੇਪੀ ਦੇ ਵਿੱਚ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਮਰਜ ਹੁੰਦੇ ਦਿਖਾਈ ਦਿੱਤੇ। ਜਿਹੜਾ ਮਾੜਾ ਮੋਟਾ ਕਾਂਗਰਸ 'ਚ ਇਹ ਸੀ ਵੀ ਸਾਡੇ ਕੋਲ ਇੱਕ ਵੱਡਾ ਦਲਿਤ ਚਿਹਰਾ ਹੈ, ਸਾਡੇ ਕੋਲ ਇੱਕ ਹੋਰ ਵੱਡਾ ਚਿਹਰਾ ਹੈ ਜਿਹੜਾ ਹਿੰਦੂ ਵੋਟ ਨੂੰ ਅਪੀਲ ਕਰਦਾ ਹੈ, ਔਰ ਜਿਹਦੇ ਵਿੱਚ ਉਹਨਾਂ ਨੇ ਇਹ ਪਹਿਲਾਂ ਬਿਲਡ ਵੀ ਕੀਤਾ ਕਿ ਬਲਰਾਮ ਜਾਖੜ ਸਾਡਾ ਇੱਕ ਵਿਸ਼ੇਸ਼ ਸੈਕਸ਼ਨ ਤੋਂ ਪ੍ਰਤੀਨਿਧ ਕਰਦਾ ਹੈ, ਉਹ ਵੀ ਉਹਨਾਂ ਨੂੰ ਛੱਡ ਕੇ ਚਲਿਆ ਗਿਆ। ਸੋ ਇਹਦੇ ਨਾਲ ਮੈਂ ਇਹ ਸਮਝਦਾ ਹਾਂ ਕਿ 2 ਨੰਬਰ 'ਤੇ ਜਿਹੜੀ ਪਾਰਟੀ ਸੀ ਜਿਹਨੂੰ ਅਸੀਂ ਹਿੰਦੁਸਤਾਨ ਦੀ ਵੱਡੀ ਪਾਰਟੀ ਬੀਜੇਪੀ ਤੋਂ ਬਾਅਦ ਕਹਿੰਦੇ ਹਾਂ, ਕਾਂਗਰਸ ਸੀਗੀ, ਉਹ ਵੀ ਹੋਰ ਪਿਛਾਂਹ ਨੂੰ ਧੱਕੀ ਗਈ, ਹਾਸ਼ੀਏ ਤੇ ਜਾਂਦੀ ਨਜ਼ਰ ਆ ਰਹੀ ਹੈ। ਸੋ ਉਸ ਨਾਲ ਜਿਹੜਾ ਉਹ ਖਾਲੀ ਥਾਂ ਹੈ, ਉਹ ਭਰਨ ਦੀ ਬਜਾਏ ਉਹ ਖਲਾ ਵੈਕਿਊਮ ਵੱਡਾ ਹੋ ਗਿਆ। ਉਹ ਵੱਡਾ ਹੋਣ ਨਾਲ ਕੁਦਰਤੀ ਸੀ ਕਿ ਜਾਂ ਤਾਂ ਉੱਥੇ ਕੋਈ ਹੋਰ ਰਾਜਨੀਤਿਕ ਪਾਰਟੀ ਆਉਂਦੀ ਜਿਹੜੀ ਉਸ ਖਲਾ ਨੂੰ ਪੂਰਾ ਕਰਦੀ। ਸ਼੍ਰੋਮਣੀ ਅਕਾਲੀ ਦਲ ਦੀ ਜੇ ਆਪਾਂ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰੋਬਲਮ ਇਹ ਆਈ, ਜੋ ਗੱਲ ਆਪਾਂ ਕਾਂਗਰਸ ਦੀ ਵਿਸ਼ਲੇਸ਼ਣ ਤੇ ਕਰ ਰਹੇ ਹਾਂ, ਸੇਮ ਲਗਭਗ ਉਹ ਅਕਾਲੀ ਦਲ ਦੀ ਚੱਲ ਰਹੀ ਹੈ ਕਿ ਅਕਾਲੀ ਦਲ ਦੁਬਾਰਾ ਆਰਗੇਨਾਈਜ਼ ਹੋਣ ਦੀ ਬਜਾਏ ਉਹ ਵੀ ਗਿਰਾਵਟ ਵੱਲ ਨੂੰ ਜਾ ਰਿਹਾ ਹੈ। ਕੋਈ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਲਵਾ ਦਿਖਾਈ ਨਹੀਂ ਦੇ ਰਿਹਾ ਦੋਨੇ ਪੱਖਾਂ ਤੋਂ, ਨਾ ਤਾਂ ਮਾਸਸ ਦੇ ਵਿੱਚ ਨਾ ਹੀ ਆਪਦੀ ਪਾਰਟੀ ਦੇ ਵਿੱਚ ਕਿਤੇ ਦਿਖਾਈ ਦਿੰਦਾ ਹੈ ਕਿ ਜਿਵੇਂ ਉਸ ਦਾ ਆਪਦੀ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਇਹ ਲੱਗੇ ਕਿ ਉਹਨੂੰ ਕੋਈ ਚੈਲੰਜ ਨਹੀਂ। ਉੱਥੋਂ ਵੀ ਲੋਕ ਨਿਰਾਸ਼ ਨੇ, ਲੀਡਰ ਨਿਰਾਸ਼ ਨੇ। ਕਾਂਗਰਸ ਤੇ ਅਕਾਲੀ ਦਲ ਦੇ ਵਿੱਚ ਜੇ ਮੈਂ ਸਥਿਤੀ ਤੇ ਆਪਾਂ ਆਈਏ, ਸਥਿਤੀ ਇਹ ਬਣਦੀ ਲੱਗਦੀ ਹੈ ਕਿ ਜਿਨ੍ਹਾਂ ਲੋਕਾਂ ਦੇ ਕੋਲ ਮਾੜੀ ਮੋਟੀ ਵੋਟ ਦੀ ਤਾਕਤ ਬਚੀ ਹੈ, ਕਿਤੇ ਮਾੜਾ ਮੋਟਾ ਮਾਸ ਲੈਵਲ ਤੇ ਸਪੋਰਟ ਉਹਨਾਂ ਨੂੰ ਮਿਲਦੀ ਹੈ ਜਾਂ ਉਹਨਾਂ ਦਾ ਪ੍ਰਭਾਵ, ਇਮੇਜ ਇਸ ਤਰ੍ਹਾਂ ਦਾ ਬਣਿਆ ਹੈ ਕਿ ਥੋੜ੍ਹੀ ਬਹੁਤੀ ਪਬਲਿਕ ਉਹਨਾਂ ਨਾਲ ਦਿਖਾਈ ਦਿੰਦੀ ਹੈ, ਉਹਨਾਂ ਦੀ ਪਾਰਟੀ ਦੇ ਵਿੱਚ ਕਿਤੇ ਹੋਂਦ ਨਹੀਂ ਦਿਖਾਈ ਦਿੰਦੀ। ਤੇ ਜਿਨ੍ਹਾਂ ਦੇ ਪਿੱਛੇ ਮਾਸਸ ਨਹੀਂ ਹੈ, ਵੋਟ ਨਹੀਂ ਹੈ, ਪਬਲਿਕ ਦੀ ਸਪੋਰਟ ਨਹੀਂ ਹੈ, ਉਹ ਹਾਲੇ ਵੀ ਵੱਡੇ ਲੀਡਰ ਬਣੇ ਬੈਠੇ ਨੇ ਦੋਨੋਂ ਪਾਰਟੀਆਂ 'ਚ। ਅਕਾਲੀ ਦਲ 'ਚ ਵੀ ਇਹੀ ਹੈ। ਇਹਦਾ ਅਰਥ ਫਿਰ ਇਹ ਹੋਇਆ, ਬੀਜੇਪੀ ਦਾ ਪਹਿਲਾਂ ਹੀ ਕੋਈ ਪ੍ਰਭਾਵ ਨਹੀਂ। ਇਹਦਾ ਅਰਥ ਇਹ ਹੋਇਆ ਕਿ ਉਹ ਜਿਹੜਾ ਖਾਲੀ ਥਾਂ ਹੈ, ਉਹ ਜਿਹੜਾ ਖਲਾ ਹੈ, ਉਹ ਪਹਿਲਾਂ ਨਾਲੋਂ ਵੱਡਾ ਬਣ ਰਿਹਾ ਹੈ। ਪਰੰਤੂ ਦਿਖਾਈ ਇਹਦੇ ਵਿੱਚ ਇਹੀ ਚੀਜ਼ ਦੇਣੀ ਚਾਹੀਦੀ ਸੀ, ਜਾਂ ਤਾਂ ਉਹ ਖਲਾ ਕੋਈ ਹੋਰ ਧਿਰ ਪੂਰਾ ਕਰਦੀ, ਜਾਂ ਉਸ ਖਲਾ ਦਾ ਵੱਡਾ ਹਿੱਸਾ, ਉਹ ਵੈਕਿਊਮ ਦਾ ਵੱਡਾ ਹਿੱਸਾ ਆਮ ਆਦਮੀ ਪਾਰਟੀ ਆਪਣੇ ਹੱਥ ਕਬਜ਼ੇ 'ਚ ਲੈ ਲੈਂਦੀ। ਜਿਹੜੀ ਗੱਲ ਤੁਸੀਂ ਕਹੀ ਹੈ ਇਹ ਬਿਲਕੁਲ ਸੱਚ ਹੈ। ਮੇਰੀ ਵੀ ਸੂਚਨਾ ਇਹੀ ਹੈ ਕਿ ਜਿਸ ਕਿਸਮ ਨਾਲ ਵੈਕਿਊਮ ਪੈਦਾ ਹੋਣ ਕਰਕੇ ਬਹੁਤ ਵੱਡੀ ਸਪੋਰਟ ਤੇ ਲੋਕ ਆਮ ਆਦਮੀ ਪਾਰਟੀ ਵੱਲ ਝੁਕ ਜਾਂਦੇ, ਤੇ ਅਸੀਂ ਤਾਂ ਉਦੋਂ ਵੀ ਸਾਨੂੰ ਇਹ ਭਰਮ ਸੀ ਜਾਂ ਮੀਡੀਆ ਦੇ ਵਿੱਚ ਇਹ ਗੱਲਾਂ ਆ ਰਹੀਆਂ ਸੀ ਜਾਂ ਪਬਲਿਕ ਇਸ ਤਰ੍ਹਾਂ ਸਾਫ਼ ਨਹੀਂ ਸੀ ਕਿ 92 ਸੀਟਾਂ ਮਿਲਣਗੀਆਂ। ਲੱਗਦਾ ਇਹ ਸੀ ਕਿ ਆਮ ਆਦਮੀ ਪਾਰਟੀ ਨੂੰ ਮੈਜੋਰਟੀ ਤਾਂ ਮਿਲੇਗੀ, ਪਰ ਉਹਦਾ ਅਰਥ ਉਦੋਂ ਅਸੀਂ ਵਿਸ਼ਲੇਸ਼ਕਾਂ ਨੇ ਇਹ ਕੱਢਿਆ ਕਿ ਇਹ ਜਿਹੜੀ ਵੋਟ ਹੈ ਆਮ ਆਦਮੀ ਪਾਰਟੀ ਨੂੰ ਨਹੀਂ ਪਈ, ਬਲਕਿ ਇਹ ਆਪੋਜੀਸ਼ਨ ਦੇ ਖਿਲਾਫ ਪਈ ਹੈ, ਔਰ ਇਹ ਸੱਚ ਵੀ ਅਸੀਂ ਮੰਨਦੇ ਹਾਂ। ਪਰੰਤੂ ਹੁਣ ਜਦੋਂ ਆਪਾਂ ਜਿਮਨੀ ਚੋਣ ਤੇ ਆ ਜਾਈਏ, 6 ਮਹੀਨੇ ਆਮ ਆਦਮੀ ਪਾਰਟੀ ਨੂੰ ਨਿਕਲ ਗਏ। ਆਮ ਆਦਮੀ ਪਾਰਟੀ ਤੋਂ ਜੋ ਲੋਕਾਂ ਨੂੰ ਵੱਡੀਆਂ ਆਸਾਂ ਸੀ, ਉਹਦੇ ਵਿੱਚ ਹਾਲੇ ਕੋਈ ਬਹੁਤ ਵੱਡਾ ਜਲਵਾ ਆਮ ਆਦਮੀ ਪਾਰਟੀ ਦਾ ਦਿਖਾਈ ਨਹੀਂ ਦਿੱਤਾ। ਸਿਰਫ ਕਰਪਸ਼ਨ ਨੂੰ ਲੈ ਕੇ ਐਂਟੀ ਕਰਪਸ਼ਨ ਕੁਝ ਉਹਨਾਂ ਦੇ ਦਿਖਾਈ ਦਿੱਤੇ ਨੇ ਕੰਮ, ਜਿਹਦੇ ਵਿੱਚ ਹੁਣ ਉਹਨਾਂ ਨੇ
ਕਾਂਗਰਸ ਦੀ ਪੁਰਾਣੀ ਲੀਡਰਸ਼ਿਪ ਤੇ ਇੱਕ ਹੱਲਾ ਬੋਲਿਆ ਤੇ ਲੋਕਾਂ ਵਿੱਚ ਇਹ ਪਰਸੈਪਸ਼ਨ ਕ੍ਰੀਏਟ ਕਰਨ ਦੇ ਵੱਡੇ ਯਤਨ ਕੀਤੇ ਨੇ ਕਿ ਅਸੀਂ ਜੀ ਕਰਪਸ਼ਨ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ, ਭਾਵੇਂ ਸਾਡਾ ਆਪਦਾ ਵੀ ਕੋਈ ਮੰਤਰੀ ਕਿਉਂ ਨਾ ਹੋਵੇ। ਇਸ ਇਸ਼ੂ ਤੇ ਜੇ ਕੋਈ ਜਿਹੜਾ ਐਜੀਟੇਸ਼ਨਲ ਅਪਰੋਚ ਲੈ ਕੇ ਵਿਰੋਧੀ ਪਾਰਟੀਆਂ ਮੌਜੂਦਾ ਹਾਕਮ ਪਾਰਟੀ ਆਮ ਆਦਮੀ ਪਾਰਟੀ ਤੇ ਹੱਲਾ ਬੋਲਦੀ ਕਿ ਸਾਡੇ ਨਾਲ ਧੱਕਾ ਹੋ ਰਿਹਾ, ਸਾਡੇ ਨਾਲ ਇਹਨਾਂ ਦੀ ਜਿਹੜੀ ਨੀਤੀ ਹੈ ਉਹ ਬਦਲਾ ਲਊ ਹੈ, ਉਹਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਆਪਦੇ ਇੱਕ ਮੰਤਰੀ ਤੇ ਕਾਰਵਾਈ ਕਰਕੇ ਦਿਖਾਈ ਔਰ ਉਹ ਸਾਰੇ ਬਾਕੀ ਮੰਤਰੀਆਂ ਤੋਂ ਪਹਿਲਾਂ ਕਰਕੇ ਦਿਖਾਈ, ਉਹਦੇ ਨਾਲ ਉਹਨਾਂ ਨੂੰ ਇਹ ਸ਼ਾਬਾਸ਼ ਜ਼ਰੂਰ ਮਿਲੀ ਕਿ ਇਸ ਪਾਰਟੀ ਦਾ ਕਰਪਸ਼ਨ ਦੀ ਨੀਤੀ ਉੱਤੇ ਸ਼ਾਇਦ ਕੋਈ ਕੰਪਰੋਮਾਈਜ਼ ਨਹੀਂ ਹੋਏਗਾ। ਹੁਣ ਉਹਦੇ ਨਾਲ ਜਦੋਂ ਉਹ ਕਾਂਗਰਸ ਤੇ ਹਮਲਾ ਕਰੇਗੀ ਜਾਂ ਅਕਾਲੀ ਦਲ ਤੇ ਹਮਲਾ ਕਰੇਗੀ, ਉਹਨਾਂ ਦੇ ਪੁਰਾਣੇ ਮੰਤਰੀਆਂ ਤੇ ਜਿਨ੍ਹਾਂ ਤੇ ਸਪੈਸ਼ਲੀ ਇਹ ਦੋਸ਼ ਲੱਗੇ ਨੇ ਵਿੱਤੀ ਕਰਪਸ਼ਨ ਦੇ, ਉਹਨਾਂ ਦੇ ਬਚਾਓ ਲਈ ਉਹ ਪਾਰਟੀਆਂ ਕੋਲੇ ਐਜੀਟੇਸ਼ਨ ਕਰਨ ਵਰਗੀ ਕੋਈ ਪੋਜੀਸ਼ਨ ਬਚਦੀ ਨਹੀਂ। ਨਾ ਤਾਂ ਪਬਲਿਕ ਦੀ ਸਪੋਰਟ ਹੈ ਤੇ ਨਾ ਹੀ ਜਿਹੜਾ ਉਹ ਇੱਕ ਇਮੇਜ ਹੈ, ਉਸ ਇਮੇਜ ਦੇ ਤਹਿਤ ਇਹ ਲੱਗ ਰਿਹਾ ਕਿ ਜਦੋਂ ਉਹ ਆਪਣੇ ਮੰਤਰੀ ਨੂੰ ਟੰਗ ਸਕਦੇ ਨੇ ਤਾਂ ਤੁਹਾਡੇ ਨਾਲ ਕੰਪਰੋਮਾਈਜ਼ ਕਿਉਂ ਕਰਨ। ਲੋਕਾਂ ਨੂੰ ਇਹ ਲੱਗ ਰਿਹਾ ਵੀ ਇਹ ਬਦਲਾ ਲਓ ਨੀਤੀ ਕਾਰਵਾਈ ਕਿਉਂ ਹੈ, ਜਿਹਨੇ ਜੋ ਕੀਤਾ ਉਹ ਭਰੇ, ਉਹ ਆਪਦਾ ਉਸ ਦਾ ਸਜ਼ਾ ਦਾ ਹੱਕਦਾਰ ਹੈ। ਇਹ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਆ ਤਾਂ ਜ਼ਰੂਰ ਕਹੀ, ਪਰ ਇਹਦੇ ਨਾਲ ਥੋੜ੍ਹਾ ਬਹੁਤਾ ਇਮੇਜ ਉਹਦਾ ਸੁਧਰਨ ਦੀ ਗੱਲ ਸੀ, ਪਰ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਦਿੱਕਤ ਇਹ ਬਹੁਤ ਵੱਡੀ ਹੋ ਗਈ ਕਿ ਕਾਨੂੰਨ ਪ੍ਰਬੰਧਨ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਕਹਿੰਦੇ ਆ, ਸਪੈਸ਼ਲੀ ਪਹਿਲਾਂ ਵੀ ਕੋਈ ਗੱਲਾਂ ਹੋਈਆਂ ਪਰ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਆਮ ਲੋਕਾਂ ਨੂੰ, ਕਿਉਂਕਿ ਆਮ ਲੋਕ ਆਮ ਆਦਮੀ ਪਾਰਟੀ ਤੋਂ ਵੀ ਜਿਵੇਂ ਬਾਕੀ ਪਾਰਟੀਆਂ ਤੋਂ ਕਤਾਏ ਪਏ ਨੇ, ਉਹ ਵੀ ਇਸ ਪਾਰਟੀ ਤੋਂ ਕੋਈ ਉਸ ਤਰ੍ਹਾਂ ਉਹਨਾਂ ਨੂੰ ਲੱਗ ਨਹੀਂ ਰਿਹਾ ਕਿ ਬਹੁਤ ਵੱਡੀ ਮਾਰਕੇ ਦੀ ਪ੍ਰਾਪਤੀ ਇਹਨਾਂ ਨੇ ਕੀਤੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਆਮ ਲੋਕਾਂ ਨੂੰ ਇਹ ਵੱਡੀ ਠੇਸ ਪਹੁੰਚੀ। ਮੈਂ ਇਹ ਗੱਲ ਕਹਿਣ 'ਚ ਬਿਲਕੁਲ ਗੁਰੇਜ਼ ਨਹੀਂ ਕਰੂੰਗਾ ਕਿ ਜਿੱਥੇ ਇੱਕ ਪਾਸੇ ਸਿੱਧੂ ਮੂਸੇਵਾਲਾ ਨਾਲ ਲੋਕਾਂ ਦੀ ਹਮਦਰਦੀ ਸੀ, ਉਹਦੀ ਜਿਹੜੀ ਹਰਮਨ ਪਿਆਰਤਾ ਸੀ ਉਹਦੇ ਕਰਕੇ ਲੋਕਾਂ ਦੀ ਹਮਦਰਦੀ ਉਹਦੇ ਨਾਲ ਸੀ, ਦੂਜੇ ਪਾਸੇ ਸਰਕਾਰ ਦੇ ਖਿਲਾਫ ਵੀ ਲੋਕਾਂ ਦੇ ਵਿੱਚ ਗੁੱਸਾ ਬਣਦਾ ਜਾ ਰਿਹਾ ਸੀ ਕਿ ਜੀ ਮਤਲਬ ਜੋ ਕੁਛ ਆਸਾਂ ਵੱਡੀਆਂ ਅਸੀਂ ਰੱਖੀਆਂ ਸੀ, ਸਰਕਾਰ ਉਸ ਪੱਧਰ ਤੇ ਸਾਡੀ ਸੰਤੁਸ਼ਟੀ ਦੇ ਕੰਮ ਨਹੀਂ ਕਰ ਰਹੀ। ਇਸ ਕਰਕੇ ਉਸ ਕਤਲ ਤੋਂ ਤੁਰੰਤ ਬਾਅਦ ਸਿੱਧੂ ਮੂਸੇਵਾਲੇ ਦੇ ਭੋਗ ਤੇ ਜਾਂ ਉਹਦੇ ਹੱਕ 'ਚ ਬਹੁਤ ਵੱਡੇ ਇਕੱਠ ਹੋਣਾ ਇਹ ਸੰਕੇਤ ਦਿੰਦਾ ਹੈ ਕਿ ਜਿੱਥੇ ਉਹ ਸਿੱਧੂ ਮੂਸੇਵਾਲਾ ਦੀ ਹਰਮਨ ਪਿਆਰਤਾ ਕਰਕੇ ਲੋਕਾਂ ਦੀ ਹਮਦਰਦੀ ਉਹਦੇ ਨਾਲ ਹੈ, ਉੱਥੇ ਸਰਕਾਰ ਦੇ ਵਿਰੋਧ ਵਿੱਚ ਵੀ ਲੋਕ ਇਸ ਕਰਕੇ ਨੇ ਕਿ ਇਹ ਸਰਕਾਰ ਜੋ ਇੱਛਾਵਾਂ ਸਾਨੂੰ ਇਹਨਾਂ ਨੇ ਜਗਾਈਆਂ ਸੀ, ਜੋ ਆਸਾਂ ਇਸ ਸਰਕਾਰ ਦੇ ਲੀਡਰਸ਼ਿਪ ਨੇ ਆਮ ਲੋਕਾਂ ਨੂੰ ਬਣਾਈਆਂ ਸੀ, ਉਹਨਾਂ ਤੇ ਕਿਤੇ ਪੂਰੀ ਨਹੀਂ ਉਤਰ ਪਾ ਰਹੀ। ਇਸ ਕਰਕੇ ਨਾਲ ਦੀ ਨਾਲ ਸਮਾਂ ਐਸਾ ਬੈਠਾ ਕਿ ਨਾਲ ਦੀ ਨਾਲ ਉਸੇ ਸਮੇਂ 'ਚ ਸੰਗਰੂਰ ਜ਼ਿਲ੍ਹੇ ਦੀ ਚੋਣ ਆ ਗਈ। ਸੰਗਰੂਰ ਜ਼ਿਲ੍ਹਾ ਤੇ ਮਾਨਸਾ ਜ਼ਿਲ੍ਹਾ ਉਹਨਾਂ ਦਾ ਕਲਚਰ ਲਗਭਗ ਉੱਦਾਂ ਦਾ, ਇੱਕੋ ਤਰ੍ਹਾਂ ਦੇ ਲੋਕ ਉਹ ਜ਼ਿਲ੍ਹਿਆਂ 'ਚ ਹੈਗੇ ਨੇ ਤੇ ਉਹ ਮਾਨਸਾ ਤੇ ਸੰਗਰੂਰ ਐਡਜੁਆਇਨਿੰਗ ਨਾਲ ਜੁੜੇ ਹੋਏ ਜ਼ਿਲ੍ਹੇ ਨੇ। ਉਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇਹਦਾ ਪ੍ਰਭਾਵ ਹੈ ਸਿੱਧੂ ਮੂਸੇਵਾਲੇ ਦੇ ਕਤਲ ਦਾ, ਉਹ ਇਸ ਕਿਸਮ ਨਾਲ ਪਿਆ ਹੈ ਜਿਸ ਤੋਂ ਸਾਨੂੰ ਲੱਗਦਾ ਹੈ ਕਿ ਉਸ ਪ੍ਰਭਾਵ ਦੇ ਤਹਿਤ ਜਿਹੜਾ ਫਾਇਦਾ ਉਹ ਵੈਕਿਊਮ ਦਾ ਆਮ ਆਦਮੀ ਪਾਰਟੀ ਨੂੰ ਮਿਲਦਾ ਦਿਖਾਈ ਦੇਣਾ ਸੀ, ਉਹ ਕਿਤੇ ਦਿਖਾਈ ਨਹੀਂ ਦੇ ਰਿਹਾ। ਉਹ ਵੈਕਿਊਮ ਦਾ ਜਿਹੜਾ ਫਾਇਦਾ ਅਕਾਲੀ ਦਲ ਨੂੰ ਤੇ ਕਾਂਗਰਸ ਨੂੰ ਮਿਲਣਾ ਸੀ, ਉਹ ਵੀ ਮਿਲਦਾ ਕਿਤੇ ਦਿਖਾਈ ਨਹੀਂ ਦੇ ਰਿਹਾ ਉਹਨਾਂ ਨੂੰ ਵੀ। ਇਸ ਕਰਕੇ ਇੱਕ ਤੀਜੀ ਧਿਰ ਦੇ ਤੌਰ ਤੇ ਸਿਮਰਨਜੀਤ ਸਿੰਘ ਮਾਨ ਦਾ ਉੱਭਰਨਾ, ਉਹਦੇ ਇੱਕ ਤੋਂ ਵੱਧ ਕਾਰਨ ਨੇ, ਇੱਕ ਤਾਂ ਇਹੀ ਕਾਰਨ ਨੇ। ਇਸੇ ਤਰ੍ਹਾਂ ਜਿਹੜਾ ਘੱਟ ਗਿਣਤੀਆਂ ਦੇ ਖਿਲਾਫ ਇੱਕ ਹੱਲਾ ਬੀਜੇਪੀ ਨੇ ਬੋਲਿਆ ਤੇ ਉਹ ਘੱਟ ਗਿਣਤੀਆਂ ਦੇ ਹੱਲਾ ਬੋਲਣ ਵਾਲੀ ਸਿਚੁਏਸ਼ਨ 'ਚ ਕਿਤੇ ਨਾ ਕਿਤੇ ਕੇਜਰੀਵਾਲ ਦਿੱਲੀ ਵਿੱਚ ਦਬਮੀ ਸੁਰ 'ਚ ਗੱਲ ਕਰਦੇ ਨੇ।
ਉਹ ਦਬਵੀਂ ਸੁਰ ਹੋਣ ਦੇ ਬਾਅਦ ਪੰਜਾਬ ਦੇ ਵਿੱਚ ਵੀ ਇੱਕ ਵਿਸ਼ੇਸ਼ ਸੈਕਸ਼ਨ ਦਾ ਇੱਕ ਵੋਟਰ ਹੈਗਾ ਵੱਡਾ, ਜਿਹਨੂੰ ਆਪਾਂ ਮੁਸਲਿਮ ਵੋਟਰ ਕਹੀਏ। ਉਹ ਦੋ ਹੀ ਤਰ੍ਹਾਂ ਹੈ ਕਿ ਜਾਂ ਤਾਂ ਉਹ ਕਿਤੇ ਗੁਰਦਾਸਪੁਰ 'ਚ ਦਿਖਾਈ ਦਿੰਦਾ ਹੈ, ਉਹ ਇੱਕ ਵਿਸ਼ੇਸ਼ ਫਿਰਕਾ ਹੈ ਮੁਸਲਿਮ ਦੇ ਵਿੱਚ, ਕਾਦੀਆਂ ਵਗੈਰਾ 'ਚ ਉੱਥੇ ਕਿ ਦਿਖਾਈ ਦਿੰਦਾ ਹੈ, ਜਾਂ ਫਿਰ ਉਹ ਮਲੇਰਕੋਟਲੇ ਕੰਸਟੀਚੁਐਂਸੀ 'ਚ ਦਿਖਾਈ ਦਿੰਦਾ ਹੈ, ਜਿਹੜੀ ਕੰਸਟੀਚੁਐਂਸੀ ਇਹ 9 ਕੰਸਟੀਚੁਐਂਸੀਆਂ ਦਾ ਸੰਗਰੂਰ ਜਿਹੜੀ ਪਾਰਲੀਮਾਨੀ ਕੰਸਟੀਚੁਐਂਸੀ ਹੈ ਉਹਦਾ ਇੱਕ ਪਾਰਟ ਹੈ। ਉਹਦੇ ਨਾਲ ਇਹ ਜ਼ਰੂਰ ਹੈ ਕਿ ਮੈਂ ਇਹ ਤਾਂ ਹਾਲ ਦੀ ਘੜੀ ਮੈਂ ਨਹੀਂ ਕਹਿ ਸਕਦਾ ਕਿ ਜਿੱਤੇਗਾ ਕੌਣ, ਪਰ ਇਹ ਸਾਰੀਆਂ ਸਥਿਤੀਆਂ ਨੇ ਸਿਮਰਨਜੀਤ ਮਾਨ ਨੂੰ ਉਸ ਲੈਵਲ ਤੇ ਲਿਆ ਕੇ ਖੜਾ ਕਰ ਦਿੱਤਾ ਗਿਆ ਜਿਸ ਦੇ ਨਾਲ ਉਹ ਮੁਕਾਬਲੇ 'ਚ ਦਿਖਾਈ ਦੇ ਰਹੇ ਨੇ। ਇਸ ਤੋਂ ਬਿਨਾਂ ਸਥਿਤੀ ਆਈ 6 ਜੂਨ ਵਾਲੀ। 6 ਜੂਨ ਵਾਲੇ ਚੱਕਰ 'ਚ ਸਰਕਾਰ ਦਾ ਜ਼ੋਰ ਲੱਗਿਆ, ਸਾਡੀ ਸਟੇਟ ਸਰਕਾਰ ਦਾ, ਕਿ ਇਕੱਠ ਨਹੀਂ ਹੋਣ ਦੇਣਾ, ਜਦੋਂ ਕਿ ਲਾਅ ਐਂਡ ਆਰਡਰ ਦੀ ਸਥਿਤੀ ਵਿੱਚ ਭਾਰਤ ਦੀ ਹੋਮ ਮਿਨਿਸਟਰੀ ਵੱਲੋਂ ਕੁਝ ਇਸ ਤਰ੍ਹਾਂ ਦੇ ਸੰਕੇਤ ਦਿਖਾਈ ਦਿੱਤੇ ਕਿ ਜਿਵੇਂ ਉਹ ਚਾਹ ਰਹੀ ਹੈ ਜਾਂ ਉਹ ਦਬਵੀਂ ਸੁਰ 'ਚ ਕਿਤੇ ਪਾਰਟੀ ਇਹ ਚਾਹੁੰਦੀ ਹੈ, ਬੀਜੇਪੀ ਸਪੈਸ਼ਲੀ, ਕਿ ਇੱਥੇ ਉਸ ਕਿਸਮ ਦਾ ਇਕੱਠ ਹੋਵੇ ਜਿਹੜੇ ਵਿੱਚੋਂ ਸਿਮਰਨਜੀਤ ਮਾਨ ਦੀ ਆਵਾਜ਼ ਬੁਲੰਦ ਹੋਵੇ ਥੋੜ੍ਹੀ ਬਹੁਤੀ, ਤੇ ਉਹ ਬੁਲੰਦ ਆਵਾਜ਼ ਇੱਕ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰੇ, ਲੋਕਾਂ 'ਚ ਇੱਕ ਡਰ ਪੈਦਾ ਕਰੇ ਕਿ ਦੁਬਾਰਾ ਕਿਤੇ ਅਸੀਂ 80ਵੇਂ ਦੇ ਦਹਾਕਿਆਂ ਵੱਲ ਤਾਂ ਨਹੀਂ ਜਾ ਰਹੇ, ਕਿਤੇ ਦੁਬਾਰਾ ਜਿਹਨੂੰ ਅਸੀਂ ਵੱਖਵਾਦ, ਜਿਹਨੂੰ ਅਸੀਂ ਅੱਤਵਾਦ ਦਾ ਨਾਂ ਦਿੱਤਾ, ਸਰਕਾਰ ਨੇ ਇਸ ਤਰ੍ਹਾਂ ਦੇ ਨਾਂ ਦਿੱਤੇ, ਕਿ ਇਹ ਦੁਬਾਰਾ ਤਾਕਤ, ਲੋਕ ਤਾਕਤ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਤੇ ਨਹੀਂ ਚਲੀ ਜਾਏਗੀ। ਉਹਦੇ ਨਾਲ ਪੰਜਾਬ ਦਾ ਇੱਕ ਵੱਡਾ ਸੈਕਸ਼ਨ, ਇੱਕ ਵੱਡਾ ਧਾਰਮਿਕ ਸੈਕਸ਼ਨ, ਇਸ ਤੋਂ ਬਿਨਾਂ ਆਮ ਲੋਕਾਂ ਦੇ ਵਿੱਚੋਂ ਬਹੁਤ ਸਾਰੇ ਬੁੱਧੀਜੀਵੀ ਲੋਕ, ਬਹੁਤ ਸਾਰੇ ਚੇਤਨ ਲੋਕ ਇਹ ਸੋਚਦੇ ਨੇ ਕਿ ਉਸ ਤਰ੍ਹਾਂ ਦਾ ਮਾਹੌਲ ਇੱਥੇ ਨਹੀਂ ਹੋਣਾ ਚਾਹੀਦਾ। ਉਹ ਜਿਹੜਾ ਮਾਹੌਲ ਨਹੀਂ ਹੋਣਾ ਚਾਹੀਦਾ, ਉਸ ਸਿਰਜਣਾ 'ਚੋਂ, ਉਹ ਹਾਲਾਤਾਂ 'ਚੋਂ, ਉਹ ਪਰਸੈਪਸ਼ਨ 'ਚੋਂ, ਉਹ ਬਿੰਬ 'ਚੋਂ ਇੱਕੋ ਹੀ ਗੱਲ ਨਿਕਲ ਕੇ ਸਾਹਮਣੇ ਆਏਗੀ ਕਿ ਉਹਦਾ ਧੱਕਾ ਆਮ ਆਦਮੀ ਪਾਰਟੀ ਨੂੰ ਵੀ ਵੱਜ ਸਕਦਾ ਹੈ, ਉਹਦਾ ਧੱਕਾ ਕਾਂਗਰਸ ਤੇ ਅਕਾਲੀ ਦਲ ਜਿਹੜੇ ਹਾਲੇ ਤੱਕ ਆਪਣੀ ਖੁੱਸੀ ਹੋਈ ਸਿਆਸੀ ਜ਼ਮੀਨ ਨੂੰ ਦੁਬਾਰਾ ਪਾਉਣ ਦੇ ਵਿੱਚ ਕਾਮਯਾਬੀ ਦੇ ਨੇੜੇ ਤੇੜੇ ਦਿਖਾਈ ਨਹੀਂ ਦੇ ਰਹੇ, ਉਹਦੇ ਵਿੱਚੋਂ ਕੋਈ ਤੀਜੀ ਧਿਰ ਉੱਠ ਵੀ ਸਕਦੀ ਹੈ। ਉਹ ਚਿਰਸਥਾਈ ਹੋਏਗੀ ਜਾਂ ਉਹ ਥੋੜੇ ਮੌਕੇ ਲਈ ਹੋਏਗੀ, ਪਰੰਤੂ ਵਿਰੋਧੀ ਪਾਰਟੀਆਂ ਜਿਹਦੇ ਵਿੱਚ ਆਪਾਂ ਨੈਸ਼ਨਲ ਲੈਵਲ ਤੇ ਬੀਜੇਪੀ ਕਹਿੰਦੇ ਹਾਂ, ਉਹਨਾਂ ਨੂੰ ਇਹ ਗੱਲ ਦਾ ਫਾਇਦਾ ਜ਼ਰੂਰ ਹੋਏਗਾ ਕਿ ਜੇਕਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਮਾਹੌਲ ਦੀ ਤਸਵੀਰ ਉੱਭਰਦੀ ਹੈ, ਮੈਂ ਨਹੀਂ ਕਹਿੰਦਾ ਕਿ ਅੱਤਵਾਦ ਆਉਣ ਲੱਗਿਆ ਇੱਕਦਮ ਹਾਲ ਦੀ ਘੜੀ, ਪਰ ਜੇ ਇਸ ਤਰ੍ਹਾਂ ਦੀ ਤਸਵੀਰ ਉੱਭਰਦੀ ਹੈ ਜਿਹਦੇ ਨਾਲ ਆਮ ਆਦਮੀ ਪਾਰਟੀ ਤੇ ਕੋਈ ਵੱਡਾ ਹਮਲਾ ਹੁੰਦਾ ਹੈ, ਵੋਟਰ ਉਹਦੇ ਨਾਲ ਟੁੱਟ ਕੇ ਉਸ ਹਮਲੇ ਦੇ ਅਧੀਨ ਹੋਰ ਪਾਸੇ ਜਾਂਦਾ ਹੈ, ਤਾਂ ਇਸ ਦਾ ਆਉਣ ਵਾਲੇ ਸਮੇਂ 'ਚ ਕਿਸੇ ਹੋਰ ਨਵੀਂ ਸਟ੍ਰੈਟਜੀ ਬਣਾ ਕੇ ਬੀਜੇਪੀ ਕੋਈ ਫਾਇਦਾ ਲੈ ਸਕਦੀ ਹੈ। ਔਰ ਨੈਸ਼ਨਲ ਪੱਧਰ ਤੇ ਜਿਹੜਾ ਸਾਡਾ ਬੀਜੇਪੀ ਨੇ ਇੱਕ ਆਪਦਾ ਇਮੇਜ ਬਣਾਇਆ ਹੈ ਜਾਂ ਨਹੀਂ ਹੈ ਉਹ ਵੱਖਰੀ ਗੱਲ ਹੈ, ਇੱਕ ਉਹਨਾਂ ਨੇ ਜਿਹੜਾ ਨੈਸ਼ਨਲ ਹੋਣ ਦਾ ਤੇ ਐਂਟੀ ਨੈਸ਼ਨਲ ਦਾ ਡਟ ਕੇ ਵਿਰੋਧ ਕਰਨ ਦਾ ਇੱਕ ਉਹਨਾਂ ਨੇ ਆਪਣਾ ਜਿਹੜੀ ਤਸਵੀਰ ਚਿੱਤਰੀ ਹੈ, ਉਸ ਤਸਵੀਰ ਦੇ ਅਧੀਨ ਚੱਲਦੇ ਹੋਏ, ਉਹਦੇ ਤਹਿਤ ਚੱਲਦੇ ਹੋਏ ਆਪਣਾ ਕੱਦ ਬੀਜੇਪੀ ਵੱਡਾ ਕਰ ਸਕਦੀ ਹੈ। ਜ਼ਰੂਰੀ ਨਹੀਂ ਉਹ ਪੰਜਾਬ 'ਚ ਕਰੇ, ਪਰ ਇਹਦਾ ਵੱਡਾ ਫਾਇਦਾ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ 'ਚ ਉਹਨਾਂ ਨੂੰ ਮਿਲ ਸਕਦਾ ਹੈ। ਹੁਣ ਜਿਹੜੀ ਇੱਕਦਮ ਚੋਣ ਆ ਰਹੀ ਹੈ ਜਿਹਦੇ ਵਿੱਚ ਹਿਮਾਚਲ ਵੀ ਹੈ, ਇਹ ਮਾਹੌਲ 'ਚ ਬੀਜੇਪੀ ਦਾ ਜ਼ੋਰ ਬਹੁਤ ਲੱਗਿਆ ਹੋਇਆ ਹੈ। ਔਰ ਮੈਨੂੰ ਕਿਤੇ ਮੈਂ ਇਹ ਨਹੀਂ ਕਹਿੰਦਾ ਕਿ ਇੱਕਦਮ ਸੰਗਰੂਰ 'ਚ ਦਿਖਾਈ ਦੇ ਰਿਹਾ ਕਿ ਆਮ ਆਦਮੀ ਪਾਰਟੀ ਹਾਰ ਜਾਏਗੀ, ਇੱਦਾਂ ਦੀ ਲੱਗਦੀ ਨਹੀਂ ਹਾਲੇ ਗੱਲ, ਪਰੰਤੂ ਉਹਨਾਂ ਦਾ ਮੁਕਾਬਲੇ 'ਚ ਆਉਣਾ ਹੀ ਆਪਦੇ ਆਪ 'ਚ ਇੱਕ ਇਸ ਤਰ੍ਹਾਂ ਦਾ ਹਾਲਾਤ ਪੈਦਾ ਕਰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਲਈ ਵੱਡੇ ਚੈਲੰਜ ਬਣ ਸਕਦੇ ਨੇ। ਤੇ ਜੇਕਰ ਉਹ ਮਾਰਜਨ ਉਹਨਾਂ ਦਾ ਜਿੱਤ ਦਾ ਮਾਰਜਨ ਘਟ ਜਾਂਦਾ ਹੈ ਜਿਹੜਾ ਬਹੁਤ ਜ਼ਿਆਦਾ ਸੀ, ਉਸ ਨਾਲੋਂ ਹੁਣ ਇਹ ਲੱਗਦਾ ਨਹੀਂ ਹੈ ਕਿ ਉਸ ਨਾਲੋਂ ਵੱਧ ਜਾਏਗਾ, ਜਿਹਦੇ ਨਾਲ ਇਹ ਜ਼ਰੂਰ ਹੈ ਕਿ ਇੱਕ ਚਰਚਾ ਸ਼ੁਰੂ ਹੋਏਗੀ ਕਿ ਸ਼ਾਇਦ ਆਮ ਆਦਮੀ ਪਾਰਟੀ ਜਿਹੜੀ ਉਹ ਖਲਾ ਨੂੰ ਪੂਰੇ ਕਰਦੇ ਹੋਏ ਪਹਿਲਾਂ ਨਾਲੋਂ ਜ਼ਿਆਦਾ ਸਪੇਸ ਮੱਲੇਗੀ,
ਹੁਣ ਉਹ ਸਪੇਸ ਮੱਲਣ ਦੀ ਬਜਾਏ ਪਹਿਲਾਂ ਨਾਲੋਂ ਉਹਨਾਂ ਦੀ ਸਪੇਸ ਸੁੰਗੜ ਦੀ ਨਜ਼ਰ ਆਉਂਦੀ ਹੈ, ਜਿਹੜੀ ਅੰਦਰੋਂ ਤੇ ਬਾਹਰੋਂ ਦੋਵੇਂ ਪਾਸਿਓਂ, ਕਿਉਂਕਿ ਅੱਜ ਕੁਝ ਤੁਸੀਂ ਦੇਖਿਆ ਹੋਊਗਾ ਪਾਰਟੀ ਨੂੰ ਅੰਦਰੋਂ ਵੀ ਨਵੇਂ ਚੈਲੰਜ ਪੈਦਾ ਹੋ ਗਏ। ਅੱਜ ਇੱਕ MLA ਨੇ, ਆਮ ਆਦਮੀ ਪਾਰਟੀ ਦੇ MLA ਨੇ ਇਹ ਬਿਆਨ ਦਿੱਤਾ ਹੈ ਕਿ ਸਾਡੇ ਮੰਤਰੀ, ਇੱਕ ਮੰਤਰੀ ਦਾ ਨਾਂ ਲੈ ਕੇ, ਕੁਲਦੀਪ ਸਿੰਘ ਧਾਲੀਵਾਲ ਦਾ ਨਾਂ ਲਿਆ ਉਹਨੇ, ਕਿ ਸਾਡੇ ਮੰਤਰੀ ਸਾਡਾ ਫੋਨ ਨਹੀਂ ਚੁੱਕਦੇ, ਸਾਨੂੰ ਅਟੈਂਡ ਨਹੀਂ ਕਰਦੇ, ਸਾਡੇ ਵੱਲ ਧਿਆਨ ਨਹੀਂ ਦਿੰਦੇ। ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਦਿਖਾਈ ਦੇ ਰਿਹਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਕੋਈ ਪ੍ਰੋਬਲਮ ਹੈ, ਭਾਵੇਂ ਇਹ ਪ੍ਰੋਬਲਮ ਦਿੱਲੀ ਵਾਂਗੂ ਹੋਵੇ, ਛੋਟੀ ਹੋਵੇ, ਕਿਉਂਕਿ MLA 92 ਨੇ। ਪਰ ਜੇ ਤੁਹਾਡੇ ਯਾਦ ਹੋਵੇ ਦਿੱਲੀ 'ਚ ਵੀ ਭਾਵੇਂ ਇੱਕ ਮਿਸ਼ਰਾ ਇਹਨਾਂ ਦਾ ਜਿਹੜਾ ਨੇਤਾ ਸੀ ਉਹ ਨਿਕਲਿਆ ਸੀ, ਭਾਵੇਂ ਉਹਨੂੰ ਨਿਕਲਣ ਤੋਂ ਬਾਅਦ ਕੋਈ ਬਹੁਤੀ ਤਾਕਤ ਨਹੀਂ ਮਿਲੀ, ਪਰ ਫਿਰ ਵੀ ਇਹ ਥੋੜੇ ਥੋੜੇ ਨਾਲ ਇੱਕ ਸੱਟ ਜ਼ਰੂਰ ਵੱਜਦੀ ਹੈ। ਪਹਿਲਾਂ ਵਾਲੀ ਤਾਕਤ ਸ਼ਾਇਦ ਨਾ ਰਵੇ। ਉਹ 'ਚੋਂ ਇੱਕ ਬਾਕੀ ਦੀਆਂ ਵਿਰੋਧੀ ਪਾਰਟੀਆਂ ਨੂੰ ਇੱਕ ਆਸ ਜਗੀ ਹੈ ਕਿ ਸ਼ਾਇਦ ਆਮ ਆਦਮੀ ਪਾਰਟੀ ਜਿਸ ਸਪੀਡ ਨਾਲ ਉੱਪਰ ਜਾ ਰਹੀ ਸੀ ਔਰ ਜਿੰਨੀ ਉਹਨਾਂ ਨੂੰ ਸਥਿਤੀ ਖਲਾ 'ਚ ਮਿਲ ਗਈ ਸੀ, ਉਹ ਸ਼ਾਇਦ ਉਸ ਦਾ ਵੱਡਾ ਫਾਇਦਾ ਨਹੀਂ ਉਠਾ ਪਾਏਗੀ। ਇਹ ਹੋ ਸਕਦਾ ਸੀਟ ਜਿੱਤ ਜਾਣ, ਪਰ ਉਸ ਤਰ੍ਹਾਂ ਦੀ ਪਿਕਚਰ ਸ਼ਾਇਦ ਉਹ ਨਾ ਪੇਂਟ ਕਰ ਪਾਉਣ, ਨਾ ਦਿਖਾ ਪਾਉਣ ਜੋ ਲੋਕਾਂ ਨੂੰ ਲੱਗਦਾ ਸੀ ਕਿ ਉਹ ਦਿਖਾਉਣਗੇ। ਬਿਲਕੁਲ ਧਾਲੀਵਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ, ਧੰਨਵਾਦ ਬਹੁਤ। ਦੋਸਤੋ, ਸਾਡੇ ਨਾਲ ਬਣੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਤੋਂ ਅਸੀਂ ਪੂਰਾ ਸਿਨੈਰੀਓ ਸਮਝਿਆ ਕਿ ਸੰਗਰੂਰ ਇਲੈਕਸ਼ਨ, ਜਿਵੇਂ ਮੈਂ ਸ਼ੁਰੂ ਤੋਂ ਜ਼ਿਕਰ ਕੀਤਾ ਸੀ ਕਿ ਵੱਡੇ ਤਾਮਝਾਮ ਦੇ ਨਾਲ ਲੜਨੀ ਬਣਦੀ ਸੀ, ਪਰ ਜੋਸ਼ ਮੱਠਾ ਪਿਆ ਹੋਇਆ, ਜੋ ਕਾਰਨ ਨੇ ਧਾਲੀਵਾਲ ਸਾਹਿਬ ਨੇ ਤੁਹਾਡੇ ਨਾਲ ਡਿਸਕਸ ਕੀਤੇ। ਹੁਣ ਦੇਖਣ ਵਾਲਾ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਅਪਡੇਟ ਹੋਊਗੀ ਸਾਡੇ ਕੋਲ, ਲਗਾਤਾਰ ਅਸੀਂ ਹਰ ਵਾਰ ਦੀ ਤਰ੍ਹਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਦੇ। ਧੰਨਵਾਦ।